ਹਾਂਜੀ ਬੱਚਿਓ, ਅੱਜ ਅਸੀਂ ਹਿਸਟਰੀ ਦਾ ਪਹਿਲਾ ਲੈਕਚਰ ਸ਼ੁਰੂ ਕਰਨ ਲੱਗੇ ਹਾਂ। ਵਿਸ਼ਵ ਇਤਿਹਾਸ ਪੜ੍ਹਾਂਗੇ, ਜਿਹਦੇ ਵਿੱਚ ਆਪਾਂ ਮੇਨ ਤੌਰ ਤੇ ਯੂਰਪ ਦੇ ਇਤਿਹਾਸ ਬਾਰੇ ਪੜ੍ਹਨਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਭਾਰਤ ਦਾ ਇਤਿਹਾਸ ਆ ਉਹਨੂੰ ਅਸੀਂ 3 ਕਾਲਾਂ ਦੇ ਵਿੱਚ ਵੰਡਦੇ ਹਾਂ। ਇਤਿਹਾਸਕਾਰਾਂ ਨੇ 3 ਕਾਲਾਂ ਦੇ ਵਿੱਚ ਵੰਡਿਆ ਹੈ, ਜਿਵੇਂ ਪ੍ਰਾਚੀਨ ਭਾਰਤ ਦਾ ਇਤਿਹਾਸ, ਮੱਧਕਾਲੀਨ ਭਾਰਤ ਦਾ ਇਤਿਹਾਸ ਤੇ ਆਧੁਨਿਕ ਕਾਲ ਦਾ ਇਤਿਹਾਸ। ਇਸੇ ਤਰ੍ਹਾਂ ਵਿਸ਼ਵ ਇਤਿਹਾਸ ਨੂੰ ਵੀ ਅਸੀਂ 3 ਕਾਲਾਂ ਦੇ ਵਿੱਚ ਵੰਡਦੇ ਹਾਂ, 3 ਪੀਰੀਅਡਸ ਵਿੱਚ ਡਿਵਾਈਡ ਕਰਦੇ ਹਾਂ। ਪ੍ਰਾਚੀਨ ਕਾਲ ਦਾ ਵਿਸ਼ਵ ਇਤਿਹਾਸ, ਮੱਧ ਕਾਲ ਦਾ ਤੇ ਆਧੁਨਿਕ ਕਾਲ ਦਾ ਇਤਿਹਾਸ। ਖਾਸ ਤੌਰ ਤੇ ਆਪਾਂ ਜਿਹੜਾ ਆਧੁਨਿਕ ਕਾਲ ਦਾ ਵਿਸ਼ਵ ਇਤਿਹਾਸ ਆ ਉਹਦੇ ਬਾਰੇ ਪੜ੍ਹਨਾ ਕਿ ਵਿਸ਼ਵ ਦੇ ਇਤਿਹਾਸ ਵਿੱਚ ਆਧੁਨਿਕ ਕਾਲ ਕਦੋਂ ਸ਼ੁਰੂ ਹੋਇਆ ਸੀ ਤੇ ਕਿਵੇਂ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਆਪਣਾ ਪਹਿਲਾ ਟੌਪਿਕ ਆ ਜਿਹੜਾ ਪੁਨਰਜਾਗਰਣ। ਪੁਨਰਜਾਗਰਣ ਕਿਹਨੂੰ ਕਹਿੰਦੇ ਸੀਗੇ ਉਹ ਵੀ ਆਪਾਂ ਪੜ੍ਹਾਂਗੇ। ਸੋ ਆਧੁਨਿਕ ਕਾਲ ਦੀ ਸ਼ੁਰੂਆਤ ਕਿਵੇਂ ਹੋਈ? ਜਿਵੇਂ ਪੁਰਾਣੇ ਇਤਿਹਾਸਕਾਰ ਮੰਨਦੇ ਆ ਕਿ 3 ਮਹੱਤਵਪੂਰਨ ਘਟਨਾਵਾਂ ਕਰਕੇ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਹੋਈ ਵਿਸ਼ਵ ਦੇ ਵਿੱਚ। ਉਹਦੇ 3 ਮੇਨ ਕਾਰਨ ਸੀ। ਇੱਕ ਤਾਂ 15ਵੀਂ ਤੇ 16ਵੀਂ ਸਦੀ ਦੇ ਵਿੱਚ ਭੂਗੋਲਿਕ ਖੋਜਾਂ ਹੋਈਆਂ, ਬਹੁਤ ਸਾਰੀਆਂ ਵਿਗਿਆਨਕਾਂ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ। ਦੂਸਰਾ ਪੁਨਰਜਾਗਰਣ ਅਤੇ ਤੀਸਰਾ ਧਰਮ ਸੁਧਾਰ ਅੰਦੋਲਨ, ਜਿਹਦੇ ਕਰਕੇ ਵਿਸ਼ਵ ਦੇ ਵਿੱਚ ਮੱਧਕਾਲ ਦਾ ਜਿਹੜਾ ਸੀ ਸਮਾਂ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਆਧੁਨਿਕ ਕਾਲ ਦੀ ਸ਼ੁਰੂਆਤ ਹੋ ਗਈ। ਪਰ ਫਿਰ ਵੀ ਮੱਧਕਾਲੀਨ ਜਿਹੜਾ ਸਮਾਂ ਸੀ ਉਹ ਯਕਦਮ ਖਤਮ ਨਹੀਂ ਹੋਇਆ, ਬਲਕਿ ਬਹੁਤ ਸਮਾਂ, ਲੰਬੇ ਸਮੇਂ ਤੱਕ ਮੱਧਕਾਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਸੰਸਥਾਵਾਂ ਸੀਗੀਆਂ ਉਹ ਕਾਫੀ ਲੰਬੇ ਸਮੇਂ ਤੱਕ ਚੱਲਦੀਆਂ ਰਹੀਆਂ। ਹੁਣ ਆਪਾਂ ਪੜ੍ਹਾਂਗੇ ਪੁਨਰਜਾਗਰਣ ਕਿਹਨੂੰ ਕਹਿੰਦੇ ਆ। ਪੁਨਰਜਾਗਰਣ ਨੂੰ ਇੰਗਲਿਸ਼ ਦੇ ਵਿੱਚ ਰੈਨੇਸਾਂਸ ਬੋਲਦੇ ਆ। ਰੈਨੇਸਾਂਸ ਫਰਾਂਸੀਸੀ ਭਾਸ਼ਾ ਦਾ ਸ਼ਬਦ ਆ, ਜਿਸ ਦਾ ਅਰਥ ਹੈ ਦੁਬਾਰਾ ਜਨਮ ਜਾਂ ਨਵਾਂ ਜੀਵਨ। ਨਵਾਂ ਜੀਵਨ ਦਾ ਮਤਲਬ ਇਹ ਨਹੀਂ ਕਿ ਦੁਬਾਰਾ ਜਨਮ ਲੈਣਾ ਅਸੀਂ, ਇਹਦਾ ਮਤਲਬ ਆ ਕਿ ਅਸੀਂ ਪੁਰਾਣੇ ਵਿਚਾਰਾਂ ਨੂੰ ਛੱਡ ਕੇ ਨਵੇਂ ਵਿਚਾਰਾਂ ਨੂੰ ਧਾਰਨ ਕਰਨਾ। ਪੁਰਾਣੇ, ਜਦੋਂ ਵਿਦਵਾਨਾਂ ਨੇ ਪੁਰਾਣੇ ਯੂਨਾਨੀ ਤੇ ਰੋਮਨ ਸਾਹਿਤ ਦਾ ਅਧਿਐਨ ਕੀਤਾ ਤਾਂ 14ਵੀਂ ਅਤੇ 13ਵੀਂ ਸਦੀ ਦੇ ਵਿਚਕਾਰ ਇੱਕ ਨਵੀਂ ਸੰਸਕ੍ਰਿਤੀ ਦਾ ਜਨਮ ਹੋਇਆ। ਇਹ ਸੰਸਕ੍ਰਿਤੀ ਖਾਸ ਤੌਰ ਤੇ ਇਹ ਚੇਂਜਿਸ ਜਿਹੜੇ ਸੀ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਹੋਏ ਸੀ। ਇਸ ਕਰਕੇ ਪੁਰਾਣੀ ਯੂਰਪੀ ਸੱਭਿਅਤਾ ਜਿਹੜੀ ਸੀ ਉਹ ਮੱਧਕਾਲ ਵਿੱਚੋਂ ਨਿਕਲ ਕੇ ਆਧੁਨਿਕ ਕਾਲ ਦੇ ਵਿੱਚ ਪ੍ਰਵੇਸ਼ ਕਰ ਗਈ। ਪ੍ਰਸਿੱਧ ਇਤਿਹਾਸਕਾਰ H.A. ਡੇਵਿਸ ਕਹਿੰਦੇ ਆ ਕਿ ਪੁਨਰਜਾਗਰਣ ਤੋਂ ਭਾਵ ਇਹ ਹੈ ਕਿ ਮਨੁੱਖ ਦੇ ਸਾਹਸੀ ਤੇ ਸੁਤੰਤਰਤਾ ਪ੍ਰੇਮੀ ਵਿਚਾਰਾਂ ਦਾ ਨਵਾਂ ਜਨਮ ਹੋਣਾ। ਜਦੋਂ ਮਨੁੱਖ ਵਿੱਚ ਸਾਹਸ ਪੈਦਾ ਹੋ ਗਿਆ, ਸੁਤੰਤਰਤਾ ਵਰਗੇ ਵਿਚਾਰ ਆਉਣੇ ਸ਼ੁਰੂ ਹੋ ਗਏ ਮਨੁੱਖ ਦੇ ਮਨ ਵਿੱਚ। ਮੱਧਕਾਲ ਵਿੱਚ ਲੋਕ ਧਰਮ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸੀ, ਪਰ ਹੁਣ ਲੋਕ ਉਹਦੇ ਵਿੱਚੋਂ ਬਾਹਰ ਨਿਕਲ ਗਏ ਸੀਗੇ, ਪੁਰਾਣੀਆਂ ਧਾਰਮਿਕ ਜੰਜੀਰਾਂ ਵਿੱਚੋਂ ਬਾਹਰ ਨਿਕਲ ਗਏ। ਪਰ ਪੁਨਰਜਾਗਰਣ ਦੀ ਇਹ ਸਥਿਤੀ ਜਿਹੜੀ ਸੀ ਕਿਸੇ ਇੱਕ ਵਿਅਕਤੀ ਨੇ ਨਹੀਂ ਸੀ ਪੈਦਾ ਕੀਤੀ, ਨਾ ਕਿਸੇ ਇੱਕ ਜਗ੍ਹਾ ਤੇ ਆਈ, ਨਾ ਕਿਸੇ ਇੱਕ ਵਿਚਾਰਧਾਰਾ ਦੇ ਕਰਕੇ, ਬਲਕਿ ਬਹੁਤ ਸਾਰੇ ਚੇਂਜਿਸ ਸੱਭਿਆਚਾਰ ਵਿੱਚ ਹੋਏ, ਬੌਧਿਕ ਪਰਿਵਰਤਨ ਹੋਏ, ਜਿਹੜੇ ਕਿ 14ਵੀਂ ਤੋਂ 16ਵੀਂ ਸਦੀ ਦੇ ਵਿਚਕਾਰ ਪੂਰੇ ਯੂਰਪ ਵਿੱਚ ਹੋਏ ਸੀ। ਸੋ ਕਿਹੜੇ ਕਿਹੜੇ ਚੇਂਜਿਸ ਹੋਏ ਸੀਗੇ? ਜਿਵੇਂ ਕਿ ਪੁਰਾਣੇ ਵਿਚਾਰਾਂ ਨੂੰ ਲੋਕਾਂ ਨੇ ਛੱਡਣਾ ਸ਼ੁਰੂ ਕਰ ਦਿੱਤਾ, ਬੌਧਿਕ ਜਾਗਰਤੀ ਆ ਗਈ ਲੋਕਾਂ ਦੇ ਵਿੱਚ। ਲੋਕਾਂ ਨੇ ਹੁਣ ਧਰਮ ਦੇ ਉੱਤੇ ਅੰਧ ਵਿਸ਼ਵਾਸ ਲੋਕਾਂ ਦਾ ਖਤਮ ਹੋ ਗਿਆ ਸੀ। ਲੋਕਾਂ ਨੇ ਵਿਗਿਆਨਿਕ ਨਜ਼ਰੀਏ ਤੋਂ ਸੋਚਣਾ ਸ਼ੁਰੂ ਕਰ ਦਿੱਤਾ, ਹਰੇਕ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਣਾ ਸ਼ੁਰੂ ਕਰ ਦਿੱਤਾ। ਲੋਕ ਭੌਤਿਕਵਾਦੀ ਹੋ ਗਏ, ਚੀਜ਼ਾਂ ਨਾਲ ਪਿਆਰ ਹੋ ਗਿਆ ਲੋਕਾਂ ਨੂੰ, ਸਮਾਜ ਵਿੱਚ ਮਾਨਵਵਾਦ ਦਾ ਬੋਲਬਾਲਾ ਹੋ ਗਿਆ। ਮਤਲਬ ਕਿ ਲੋਕਾਂ ਨੇ ਹੁਣ ਆਪਣੇ ਜੀਵਨ ਨੂੰ ਸੁਖੀ ਬਣਾਉਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਬਹੁਤ ਸਾਰੇ ਮੁਲਕਾਂ ਦੀਆਂ ਭਾਸ਼ਾਵਾਂ, ਇਟਾਲੀਅਨ, ਜਰਮਨ, ਅੰਗਰੇਜ਼ੀ, ਫਰਾਂਸੀਸੀ, ਡੱਚ, ਪੁਰਤਗਾਲੀ, ਇਹਨਾਂ ਬਹੁਤ ਸਾਰੇ ਵਿਦਵਾਨਾਂ, ਕਵੀਆਂ, ਕਲਾਕਾਰਾਂ, ਵਿਗਿਆਨਕਾਂ, ਮੂਰਤੀਕਾਰਾਂ, ਚਿੱਤਰਕਾਰਾਂ, ਸੰਗੀਤਕਾਰਾਂ, ਦਾਰਸ਼ਨਿਕਾਂ ਨੇ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਭਾਸ਼ਾਵਾਂ ਦੇ ਵਿੱਚ ਲਿਖੀਆਂ। ਉਹਨਾਂ ਨੇ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਏ, ਜਿਸ ਕਰਕੇ ਲੋਕਾਂ ਦੇ ਵਿੱਚ ਜਾਗਰਤੀ ਆਉਣੀ ਸ਼ੁਰੂ ਹੋ ਗਈ, ਲੋਕਾਂ ਦੇ ਵਿੱਚ ਹਿੰਮਤ ਆ ਗਈ ਔਰ ਉਹਨਾਂ ਨੇ ਜਿਹੜੇ ਪੁਰਾਣੇ ਵਿਚਾਰ ਸੀ ਉਹਨਾਂ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਹੀ ਇਸ ਸਮੇਂ ਦੇ ਦੌਰਾਨ ਸਾਮੰਤਵਾਦ ਦਾ ਪ੍ਰਭਾਵ ਵੀ ਘਟਣਾ ਸ਼ੁਰੂ ਹੋ ਗਿਆ। ਪੁਰਾਣੀਆਂ ਸੰਸਥਾਵਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਚਰਚ ਅਤੇ ਪਾਦਰੀਆਂ ਦੀ ਪਵਿੱਤਰਤਾ ਦੇ ਵਿੱਚ ਲੋਕਾਂ ਨੂੰ ਯਕੀਨ ਨਹੀਂ ਰਿਹਾ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੁਨਰਜਾਗਰਣ ਦਾ ਆਰੰਭ ਜਿਹੜਾ ਸੀ ਤੇ ਪ੍ਰਸਾਰ ਯੂਰਪ ਵਿੱਚ ਇੱਕ ਸਮੇਂ ਨਹੀਂ ਸੀ ਹੋਇਆ, ਤੇ ਨਾ ਹੀ ਜਿਹੜੀਆਂ ਪੁਰਾਣੀਆਂ ਸੰਸਥਾਵਾਂ ਸੀ ਇੱਕੋ ਵੇਲੇ ਖਤਮ ਹੋਈਆਂ ਸੀ, ਬਲਕਿ ਯੂਰਪੀ ਸਮਾਜ ਦੇ ਵਿੱਚ ਪੁਰਾਣੇ ਵਿਚਾਰ ਹੌਲੀ ਹੌਲੀ ਖਤਮ ਹੋਏ, ਪਰ ਕਿਸੇ ਨਾ ਕਿਸੇ ਰੂਪ ਵਿੱਚ ਉਹ ਕਾਫੀ ਲੰਬੇ ਸਮੇਂ ਤੱਕ ਚੱਲਦੇ ਵੀ ਰਹੇ। ਅਸਲ ਵਿੱਚ ਆਪਾਂ ਇਹ ਕਹਿ ਸਕਦੇ ਹਾਂ
ਸ਼ਾਰਟ ਦੇ ਵਿੱਚ ਇਨ ਸ਼ਾਰਟ ਇਹ ਕਹਿ ਸਕਦੇ ਹਾਂ ਕਿ ਪੁਨਰ ਜਾਗਰਣ ਦਾ ਮਤਲਬ ਹੈ ਕਿ ਲੋਕਾਂ ਦੇ ਵਿਚਾਰਾਂ ਵਿੱਚ ਪਰਿਵਰਤਨ ਆਉਣਾ, ਨਵੇਂ ਦ੍ਰਿਸ਼ਟੀਕੋਣ ਦਾ ਜਨਮ ਹੋਣਾ। ਇਸ ਨਵੇਂ ਵਿਚਾਰਾਂ ਦੇ ਕਰਕੇ, ਨਵੇਂ ਦ੍ਰਿਸ਼ਟੀਕੋਣ ਦਾ ਕਰਕੇ ਭੂਗੋਲਿਕ ਖੋਜਾਂ ਹੋਈਆਂ, ਵਿਗਿਆਨਿਕ ਆਵਿਸ਼ਕਾਰ ਹੋਏ, ਮੱਧਕਾਲੀਨ ਸੰਸਥਾਵਾਂ ਨੂੰ ਸੱਟ ਪਹੁੰਚੀ। ਪੁਨਰ ਜਾਗਰਣ ਦਾ ਆਰੰਭ ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਹੋਇਆ ਸੀ, ਉਸ ਤੋਂ ਬਾਅਦ ਫਿਰ ਇਹ ਫਰਾਂਸ, ਜਰਮਨੀ, ਇੰਗਲੈਂਡ ਤੇ ਦੂਜੇ ਯੂਰਪੀ ਦੇਸ਼ਾਂ ਦੇ ਵਿੱਚ ਹੋਇਆ। ਸੋ ਪੁਨਰ ਜਾਗਰਣ ਪੱਛਮੀ ਸੱਭਿਅਤਾ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਸੀ, ਜਿਹੜੀ ਕਿ ਮੱਧਕਾਲ ਤੇ ਆਧੁਨਿਕ ਕਾਲ ਦੇ ਵਿੱਚ ਇੱਕ ਪੁਲ ਦੇ ਵਾਂਗ ਜਿਸਨੇ ਕੰਮ ਕੀਤਾ। ਹੁਣ ਆਪਾਂ ਪੁਨਰ ਜਾਗਰਣ ਦੇ ਉਭਾਰ ਦੇ ਕਾਰਨ ਪੜਾਂਗੇ। ਸੋ ਇਹ ਕਾਰਨ ਹੁਣ ਆਪਾਂ ਡਿਟੇਲ 'ਚ ਕਰਨ ਲੱਗੇ ਹਾਂ। ਪੁਨਰ ਜਾਗਰਣ ਦੇ ਉਭਾਰ ਦੇ ਕਾਰਨ ਕੀ ਸੀਗੇ? ਸੋ ਪੁਨਰ ਜਾਗਰਣ ਜਿਹੜਾ ਸੀ ਉਹ ਅਚਾਨਕ ਨਹੀਂ ਸੀ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਵੀ ਦੋ ਅੰਦੋਲਨ ਚੱਲੇ ਸੀਗੇ। ਇੱਕ ਅੰਦੋਲਨ ਜਿਹੜਾ ਚੱਲਿਆ ਸੀਗਾ, ਪਹਿਲਾ ਅੰਦੋਲਨ ਕੋਰੋਲਿੰਗੀਅਨ ਪੁਨਰ ਜਾਗਰਣ ਇਹਨੂੰ ਬੋਲਦੇ ਆ, ਇਹ 9ਵੀਂ ਸਦੀ ਦੇ ਵਿੱਚ ਚੱਲਿਆ ਸੀ। ਇਸ ਅੰਦੋਲਨ ਦੇ ਦੌਰਾਨ ਲਾਤੀਨੀ ਭਾਸ਼ਾ ਦਾ ਅਧਿਐਨ ਸ਼ੁਰੂ ਕੀਤਾ ਗਿਆ ਸੀਗਾ, ਵਿਦਵਾਨਾਂ ਨੇ ਇਸ ਭਾਸ਼ਾ ਦਾ ਅਧਿਐਨ ਕੀਤਾ। ਦੂਸਰਾ ਅੰਦੋਲਨ 12ਵੀਂ ਸਦੀ ਦੇ ਵਿੱਚ ਚੱਲਿਆ ਸੀ ਯੂਰਪ ਦੇ ਵਿੱਚ, ਜਿਹਦੇ ਵਿੱਚ ਮਾਨਵਤਾਵਾਦੀ ਵਿਚਾਰਾਂ ਦਾ ਵਿਕਾਸ ਹੋਇਆ ਸੀ। ਇਸ ਸਮੇਂ ਦੇ ਦੌਰਾਨ 12ਵੀਂ 13ਵੀਂ ਸਦੀ ਦੇ ਵਿੱਚ ਹੀ ਪੈਰਿਸ ਤੇ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਵੀ ਹੋ ਗਈ। ਯੂਨਾਨ ਦੇ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਸੀ ਉਹਨਾਂ ਦੀ ਵੀ ਲੋਕਾਂ ਨੇ ਰਿਸਰਚ ਕਰਨੀ ਸ਼ੁਰੂ ਕਰਤੀ, ਉਹਦਾ ਅਧਿਐਨ ਕਰਨਾ ਸ਼ੁਰੂ ਕਰਤਾ। ਇਸ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਪੁਨਰ ਜਾਗਰਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਜਿਹੜੇ ਦੋ ਅੰਦੋਲਨ ਚੱਲੇ ਸੀ, ਇਹਦੇ ਨਾਲ ਵੀ ਲੋਕਾਂ ਦੇ ਵਿਚਾਰਾਂ ਵਿੱਚ ਕਾਫੀ ਪਰਿਵਰਤਨ ਆ ਗਿਆ ਸੀ। ਹੁਣ ਆਪਾਂ ਪੜਾਂਗੇ ਪੁਨਰ ਜਾਗਰਣ ਦੇ ਉਭਾਰ ਦੇ ਕਾਰਨ ਕੀ ਸੀਗੇ। ਪਹਿਲਾ ਹੈ ਸਾਮੰਤਵਾਦ ਦਾ ਪਤਨ ਹੋਣਾ। ਸਾਮੰਤਵਾਦੀ ਪ੍ਰਣਾਲੀ ਬਾਰੇ ਤੁਸੀਂ ਜਾਣਦੇ ਆ, ਯੂਰਪੀ ਮਹਾਦੀਪ ਦੇ ਵਿੱਚ ਵੀ ਵੱਡੇ ਵੱਡੇ ਰਾਜੇ ਹੁੰਦੇ ਸੀਗੇ। ਇਹਨਾਂ ਰਾਜਿਆਂ ਨੇ ਅੱਗੋਂ ਛੋਟੇ ਰਾਜੇ ਰੱਖੇ ਹੋਏ ਹੁੰਦੇ ਸੀਗੇ, ਜਿਹਨਾਂ ਨੂੰ ਸਾਮੰਤ ਕਿਹਾ ਜਾਂਦਾ ਸੀ। ਸਾਮੰਤਾਂ ਨੂੰ ਕੋਈ ਤਨਖਾਹ ਨਹੀਂ ਸੀ ਮਿਲਦੀ, ਇਹਨਾਂ ਨੂੰ ਜ਼ਮੀਨ ਦੇ ਟੁਕੜੇ ਦਿੱਤੇ ਹੋਏ ਸੀਗੇ। ਇਸ ਜ਼ਮੀਨ ਤੋਂ ਜਿਹੜਾ ਕਿਰਾਇਆ ਆਉਂਦਾ ਸੀ ਉਹ ਇਹਨਾਂ ਸਾਮੰਤਾਂ ਨੂੰ, ਰਾਜੇ ਨੂੰ ਟੈਕਸ ਦੇ ਤੌਰ ਤੇ ਦੇਣਾ ਪੈਂਦਾ ਸੀਗਾ। ਲੇਕਿਨ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ 14ਵੀਂ ਸਦੀ ਤੋਂ ਬਾਅਦ ਸਾਮੰਤਵਾਦੀ ਪ੍ਰਥਾ ਖਤਮ ਹੋਣੀ ਸ਼ੁਰੂ ਹੋ ਗਈ। ਉਹਦਾ ਕਾਰਨ ਇਹ ਸੀਗਾ ਕਿ ਸਮਾਜ ਦੇ ਵਿੱਚ ਇੱਕ ਨਵਾਂ ਵਰਗ ਪੈਦਾ ਹੋ ਗਿਆ ਸੀ, ਜਿਹਨੂੰ ਮੱਧ ਵਰਗ ਕਹਿੰਦੇ ਆ। ਮੱਧ ਵਰਗ ਦੇ ਲੋਕ ਬਹੁਤ ਜ਼ਿਆਦਾ ਅਮੀਰ ਸੀਗੇ, ਕਿਉਂਕਿ ਉਹ ਵਪਾਰ ਕਰਦੇ ਸੀਗੇ, ਵਣਜ ਵਪਾਰ ਕਰਕੇ ਉਹਨਾਂ ਦਾ ਵਪਾਰ ਵਿੱਚ ਪ੍ਰੋਫਿਟ ਬਹੁਤ ਹੋ ਗਿਆ, ਉਹਨਾਂ ਕੋਲ ਪੈਸਾ ਬਹੁਤ ਹੋ ਗਿਆ, ਜਿਸ ਕਰਕੇ ਉਹਨਾਂ ਨੇ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਸਮਰਾਟ ਸੀ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰਤੀ। ਜਿਸ ਕਰਕੇ ਹੁਣ ਰਾਜਿਆਂ ਨੂੰ ਸਾਮੰਤਾਂ ਦੀ ਹੈਲਪ ਦੀ ਕੋਈ ਲੋੜ ਨਹੀਂ ਸੀਗੀ। ਇਸ ਕਰਕੇ ਸਾਮੰਤ ਜਿਹੜੇ ਸੀਗੇ ਉਹਨਾਂ ਕੋਲ ਸਿਰਫ ਜ਼ਮੀਨਾਂ ਦਾ ਕਿਰਾਇਆ ਦੇਣ ਤੋਂ ਇਲਾਵਾ ਹੋਰ ਕੋਈ ਵਾਧੂ ਪੈਸਾ ਨਹੀਂ ਸੀ ਹੁੰਦਾ। ਹੌਲੀ ਹੌਲੀ ਵਿਚਾਰੇ ਸਾਮੰਤ ਇੰਨੇ ਗਰੀਬ ਹੋ ਗਏ ਕਿ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ, ਜਿਸ ਕਰਕੇ ਸਾਮੰਤ ਬਹੁਤ ਗਰੀਬ ਹੋਏ। ਇਸ ਕਰਕੇ ਸਾਮੰਤਵਾਦੀ ਪ੍ਰਣਾਲੀ ਦਾ ਪਤਨ ਹੋ ਗਿਆ। ਦੂਸਰਾ ਹੈ ਧਰਮ ਯੁੱਧਾਂ ਦਾ ਪ੍ਰਭਾਵ। ਪੁਨਰ ਜਾਗਰਣ ਦਾ ਦੂਸਰਾ ਮੇਨ ਕਾਰਨ ਹੈ ਕਿ 11ਵੀਂ ਸਦੀ ਤੋਂ 14ਵੀਂ ਸਦੀ ਦੇ ਵਿਚਕਾਰ ਈਸਾਈਆਂ ਵਿੱਚ ਤੇ ਮੱਧ ਏਸ਼ੀਆ ਦੇ ਵਿੱਚ ਰਹਿਣ ਵਾਲੇ ਜਿਹੜੇ ਤੁਰਕੀ ਮੁਸਲਮਾਨ ਸੀਗੇ, ਉਹਨਾਂ ਦੇ ਵਿੱਚ ਧਰਮ ਨੂੰ ਲੈ ਕੇ ਬਹੁਤ ਸਾਰੇ ਲੜਾਈ ਝਗੜੇ ਜਿਹੜੇ ਹੋਏ ਸੀਗੇ। ਲਗਭਗ 300 ਸਾਲ ਤੱਕ ਇਹ ਯੁੱਧ ਚੱਲਦੇ ਰਹੇ। ਇਹ ਯੁੱਧ ਚੱਲੇ ਸੀਗੇ ਕਿਉਂਕਿ ਈਸਾਈ ਧਰਮ ਦਾ ਇੱਕ ਬਹੁਤ ਮਹੱਤਵਪੂਰਨ ਤੀਰਥ ਸਥਾਨ ਸੀਗਾ ਯਰੂਸ਼ਲਮ ਦੇ ਵਿੱਚ। ਇਹਦੇ ਉੱਤੇ ਤੁਰਕ ਵੀ ਅਧਿਕਾਰ ਕਰਨਾ ਚਾਹੁੰਦੇ ਸੀ, ਤੇ ਕਿਉਂਕਿ ਈਸਾਈਆਂ ਦਾ ਇਹ ਧਾਰਮਿਕ ਸਥਾਨ ਸੀਗਾ, ਇਸ ਕਰਕੇ ਈਸਾਈ ਵੀ ਇਹਦੇ ਤੇ ਅਧਿਕਾਰ ਕਰਨਾ ਚਾਹੁੰਦੇ ਸੀ। 300 ਸਾਲ ਤੱਕ ਲਗਾਤਾਰ ਧਰਮ ਯੁੱਧ ਚੱਲਦੇ ਰਹੇ। ਇਹਨਾਂ ਯੁੱਧਾਂ ਦੇ ਦੌਰਾਨ ਪੱਛਮੀ ਯੂਰਪ ਵਿੱਚ ਰਹਿਣ ਵਾਲੇ ਬਹੁਤ ਸਾਰੇ ਈਸਾਈ ਲੋਕਾਂ ਨੂੰ ਪੂਰਬੀ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ, ਉਹਨਾਂ ਦੀ ਸੱਭਿਅਤਾ ਦਾ ਪਤਾ ਲੱਗਿਆ ਉਹਨਾਂ ਨੂੰ, ਪੱਛਮੀ ਦੇਸ਼ਾਂ ਨੂੰ ਦੇ ਵਿਦਵਾਨਾਂ ਨੂੰ ਜਾਂ ਲੋਕਾਂ ਨੂੰ। ਤੇ ਉਹਨਾਂ ਨੂੰ ਇਹ ਲੱਗਿਆ ਕਿ ਸਾਡੇ ਪੱਛਮੀ ਦੇਸ਼ਾਂ ਦੇ ਨਾਲੋਂ ਪੂਰਬੀ ਦੇਸ਼ਾਂ ਦੀ ਸੱਭਿਅਤਾ ਜਿਹੜੀ ਉਹ ਜ਼ਿਆਦਾ ਪੁਰਾਣੀ ਆ, ਵਧੀਆ ਆ, ਵਿਕਸਿਤ ਆ। ਇਸ ਕਰਕੇ ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਵਿਦਵਾਨਾਂ ਨੇ ਕਾਹਿਰਾ ਅਤੇ ਪੂਰਬ ਦੇ ਬਹੁਤ ਸਾਰੇ ਨਗਰਾਂ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਵਿਦਵਾਨਾਂ ਨੇ ਫਿਰ ਪੁਰਾਣੇ ਸਾਹਿਤ ਅਤੇ ਕਲਾ ਦਾ ਅਧਿਐਨ ਕੀਤਾ, ਜਿਸ ਕਰਕੇ ਪੁਨਰ ਜਾਗਰਣ ਦੇ ਵਿਕਾਸ ਵਿੱਚ ਯੋਗਦਾਨ ਮਿਲਿਆ। ਤੀਸਰਾ ਹੈ ਚਰਚ ਦੇ ਪ੍ਰਭਾਵ ਵਿੱਚ ਕਮੀ। ਜਿਵੇਂ ਆਪਾਂ ਇੰਡੀਆ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਧਰਮ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆ, ਜਿਵੇਂ ਉਹ ਆਪਣੀ ਕੋਈ ਐਜੂਕੇਸ਼ਨ ਲੈਣੀ ਆ, ਵਿਆਹ, ਰੁਜ਼ਗਾਰ, ਬਿਮਾਰੀ, ਦਾਨ, ਮੁਕਤੀ, ਇਸ ਤਰ੍ਹਾਂ ਦੀਆਂ ਚੀਜ਼ਾਂ ਹਰੇਕ ਦੇ ਵਿੱਚ ਮਤਲਬ ਕਿ ਉਹ ਧਰਮ ਨੂੰ ਫੋਲੋ ਕਰਦੇ। ਇਸੇ ਤਰ੍ਹਾਂ ਯੂਰਪ ਦੇ ਵਿੱਚ ਰਹਿਣ ਵਾਲੇ ਲੋਕ ਵੀ ਹੁੰਦੇ ਸੀਗੇ। ਯੂਰਪ ਦੇ ਵਿੱਚ ਜਿਹੜੇ ਰਹਿਣ ਵਾਲੇ ਈਸਾਈ ਲੋਕ ਆ, ਉਹਨਾਂ ਦਾ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਨੂੰ ਆਪਾਂ ਚਰਚ ਬੋਲਦੇ ਹਾਂ, ਤੇ ਈਸਾਈ ਲੋਕਾਂ ਦਾ ਜਿਹੜਾ ਮੁਖੀਆ ਹੁੰਦਾ ਉਹਨੂੰ ਅਸੀਂ ਪੋਪ ਕਹਿੰਦੇ ਹਾਂ। ਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਉਹ ਲੋਕ ਧਰਮ ਦੇ ਵਿੱਚ, ਯੂਰਪ ਵਿੱਚ ਰਹਿਣ ਵਾਲੇ ਲੋਕ ਧਰਮ ਵਿੱਚ ਕਿੰਨਾ ਜ਼ਿਆਦਾ ਯਕੀਨ ਕਰਦੇ ਸੀਗੇ। ਲੇਕਿਨ ਇੱਕ ਇੱਦਾਂ ਦਾ ਵਕਤ ਆਇਆ 13ਵੀਂ ਤੇ 14ਵੀਂ ਸਦੀ ਦੇ ਵਿੱਚ, ਜਦੋਂ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਯੂਰਪ ਮਹਾਦੀਪ ਦੇ ਵਿੱਚ ਇੱਦਾਂ ਦੇ ਮੁਲਕ ਸੀਗੇ ਜਿੱਥੇ ਦੇ ਕਈ ਸਮਰਾਟ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀਗੇ। ਉਹਨਾਂ ਨੇ ਪੋਪ ਦੀ ਸ਼ਕਤੀ ਨੂੰ ਮੰਗਾੜਨਾ ਸ਼ੁਰੂ ਕਰ ਦਿੱਤਾ।
ਜਿਵੇਂ 1296 ਵਿੱਚ ਫਰਾਂਸ ਦਾ ਇੱਕ ਸ਼ਕਤੀਸ਼ਾਲੀ ਸਮਰਾਟ ਫਿਲਿਪ ਚੌਥਾ ਉਸਨੇ ਪੋਪ ਨੂੰ ਜੇਲ੍ਹ ਵਿੱਚ ਬੰਦ ਕਰਵਾਇਆ ਸੀ, ਜਿਸ ਕਰਕੇ ਪੋਪ ਦੀ ਸ਼ਕਤੀ ਤੇ ਸਨਮਾਨ ਨੂੰ ਕਾਫੀ ਠੇਸ ਪਹੁੰਚੀ। ਇਸ ਤੋਂ ਇਲਾਵਾ ਪੋਪ ਜਿਹੜਾ ਸੀ ਉਹਨੇ ਲੋਕਾਂ ਦੇ ਪੈਸੇ ਨੂੰ ਆਪਣੇ ਆਰਾਮ ਲਈ ਖਰਚਣਾ ਸ਼ੁਰੂ ਕਰਤਾ। ਪਾਦਰੀ ਲੋਕ ਵੀ ਜਿਹੜੇ ਸੀਗੇ ਉਹਨਾਂ ਨੂੰ ਵਿਆਹ ਦੀ ਮਨਾਹੀ ਹੁੰਦੀ ਸੀ, ਪਰ ਲੋਕਾਂ ਤੋਂ ਛੁਪ ਕੇ ਉਹਨਾਂ ਨੇ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਲੋਕਾਂ ਦਾ ਧਰਮ ਦੇ ਵਿੱਚ ਵਿਸ਼ਵਾਸ ਘਟਣਾ ਸ਼ੁਰੂ ਹੋ ਗਿਆ। ਨੈਕਸਟ ਪੁਆਇੰਟ ਹੈ ਵਪਾਰਕ ਪੂੰਜੀਪਤੀਆਂ ਦੀ ਸ਼੍ਰੇਣੀ ਦਾ ਉਭਾਰ ਹੋਣਾ। ਧਰਮ ਯੁੱਧਾਂ ਦੇ ਕਰਕੇ ਪੱਛਮੀ ਯੂਰਪ ਦੇ ਦੇਸ਼ਾਂ ਦਾ ਜਦੋਂ ਪੂਰਬੀ ਦੇਸ਼ਾਂ ਦੇ ਨਾਲ ਸੰਪਰਕ ਪੈਦਾ ਹੋਇਆ, ਪੂਰਬੀ ਦੇਸ਼ ਕਿਹਨੂੰ ਕਹਿੰਦੇ ਆਪਾਂ, ਜਿਹੜੇ ਆਪਾਂ ਏਸ਼ੀਆ ਮਹਾਦੀਪ ਵਿੱਚ ਰਹਿਣ ਵਾਲੇ ਲੋਕ ਆ ਇਹਨਾਂ ਨੂੰ ਪੂਰਬੀ ਦੇਸ਼ ਬੋਲਦੇ ਆ, ਤੇ ਜਿਹੜਾ ਯੂਰਪ ਮਹਾਦੀਪ ਆ ਇਹਨੂੰ ਅਸੀਂ ਪੱਛਮੀ ਯੂਰਪ ਜਿਹੜਾ ਉਹ ਬੋਲਦੇ ਆ। 13ਵੀਂ ਸਦੀ ਤੋਂ ਬਾਅਦ ਯੂਰਪੀ ਦੇਸ਼ਾਂ ਦੇ ਲੋਕਾਂ ਨੇ ਪੂਰਬੀ ਦੇਸ਼ਾਂ ਦੇ ਲੋਕਾਂ ਨਾਲ ਆ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਇਟਲੀ ਦੇ ਵਪਾਰੀ ਇੱਥੇ ਪੂਰਬੀ ਦੇਸ਼ਾਂ ਨਾਲ ਵਪਾਰ ਕਰਨ ਲਈ ਆਏ, ਪੁਰਤਗਾਲੀ ਵੀ ਆਏ ਸੀ, ਡੱਚ ਵੀ ਆਏ ਸੀ। ਇਹਨਾਂ ਵਪਾਰੀਆਂ ਨੇ ਇਸ ਵਪਾਰ ਤੋਂ ਬਹੁਤ ਸਾਰਾ ਪੈਸਾ ਕਮਾਇਆ, ਜਿਸ ਕਰਕੇ ਇਸ ਯੂਰਪੀ ਦੇਸ਼ਾਂ ਵਿੱਚ ਇੱਕ ਸਮਾਜ ਵਿੱਚ ਇੱਕ ਨਵੀਂ ਪੂੰਜੀਪਤੀਆਂ ਦੀ ਸ਼੍ਰੇਣੀ ਦਾ ਉਭਾਰ ਹੋਇਆ, ਤੇ ਇਹਨਾਂ ਅਮੀਰ ਲੋਕਾਂ ਨੇ ਵੱਡੇ ਵੱਡੇ ਕਲਾਕਾਰਾਂ ਤੇ ਵਿਦਵਾਨਾਂ ਦੀ ਪੈਸੇ ਦੇ ਕੇ ਬਹੁਤ ਜ਼ਿਆਦਾ ਮਦਦ ਕੀਤੀ, ਜਿਸ ਕਰਕੇ ਇਹਨਾਂ ਵਿਦਵਾਨਾਂ ਤੇ ਕਲਾਕਾਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਦੀ, ਬਹੁਤ ਸਾਰੀਆਂ ਸਾਹਿਤਿਕ ਰਚਨਾਵਾਂ, ਕਲਾਤਮਕ ਕਲਾਕ੍ਰਿਤੀਆਂ ਦੀ ਰਚਨਾ ਕੀਤੀ, ਤੇ ਜਿਸ ਕਰਕੇ ਲੋਕਾਂ ਦੇ ਵਿਚਾਰਾਂ ਵਿੱਚ ਪਰਿਵਰਤਨ ਆਇਆ। ਨੈਕਸਟ ਹੈ ਛਾਪੇਖਾਨੇ ਦੀ ਕਾਢ ਹੋਣਾ। ਤੇ 1454 ਵਿੱਚ ਜਰਮਨੀ ਦੇ ਵਿੱਚ ਜੌਨ ਗੁਟਨਬਰਗ ਨਾਮ ਦੇ ਇੱਕ ਵਿਅਕਤੀ ਨੇ ਛਾਪੇਖਾਨੇ ਦੀ ਕਾਢ ਕੱਢੀ ਸੀ, ਤੇ ਉਸ ਤੋਂ ਬਾਅਦ ਫਿਰ ਇਟਲੀ ਦੇ ਵਿੱਚ ਵੀ ਬਹੁਤ ਸਾਰੇ ਛਾਪੇਖਾਨੇ ਲਗਾਏ ਗਏ ਸੀ। 1477 ਵਿੱਚ ਇੰਗਲੈਂਡ ਦੇ ਵੈਸਟਮਿਨਿਸਟਰ ਸ਼ਹਿਰ ਦੇ ਵਿੱਚ ਵੀ ਵਿਲੀਅਮ ਕੈਕਸਟਨ ਨਾਮ ਦੇ ਅੰਗਰੇਜ਼ ਨੇ ਪਹਿਲਾ ਛਾਪਾਖਾਨਾ ਲਗਾਇਆ ਸੀ, ਤੇ ਇਹ ਛਾਪੇਖਾਨੇ ਲੱਗਣ ਦਾ ਫਾਇਦਾ ਇਹ ਹੋਇਆ ਕਿ ਹੌਲੀ ਹੌਲੀ ਕਾਗਜ਼ ਜਿਹੜਾ ਸੀ ਉਹ ਸਸਤਾ ਮਿਲਣਾ ਸ਼ੁਰੂ ਹੋ ਗਿਆ, ਤੇ ਕਾਫੀ ਗਿਣਤੀ ਵਿੱਚ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ। ਜਦੋਂ ਕਿਤਾਬਾਂ ਛਪਣ ਲੱਗ ਗਈਆਂ ਤਾਂ ਲੋਕਾਂ ਦੇ ਹੱਥਾਂ ਵਿੱਚ ਆ ਗਈਆਂ, ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਪਹਿਲੀ ਵਾਰੀ ਮੌਕਾ ਮਿਲਿਆ। ਸਿੱਖਿਆ ਦਾ ਬਹੁਤ ਜ਼ਿਆਦਾ ਵਿਕਾਸ ਹੋ ਗਿਆ। ਪਹਿਲਾਂ ਲੋਕਾਂ ਨੂੰ ਸਿੱਖਿਆ ਕਿੱਦਾਂ ਲੈਣੀ ਪੈਂਦੀ ਸੀ, ਧਾਰਮਿਕ ਆਗੂਆਂ ਦੀ ਇਜਾਜ਼ਤ ਲੈ ਕੇ ਉਹਨਾਂ ਨੂੰ ਸਿੱਖਿਆ ਲੈਣੀ ਪੈਂਦੀ ਸੀਗੀ, ਪਰ ਹੁਣ ਕਿਤਾਬਾਂ ਸਾਰੇ ਲੋਕਾਂ ਦੇ, ਆਮ ਲੋਕਾਂ ਦੇ ਹੱਥਾਂ ਵਿੱਚ ਵੀ ਆ ਗਈਆਂ। ਜਦੋਂ ਲੋਕਾਂ ਨੇ ਕਿਤਾਬਾਂ ਪੜ੍ਹੀਆਂ ਤਾਂ ਉਹਨਾਂ ਦੇ ਵਿਚਾਰਾਂ ਵਿੱਚ ਕਾਫੀ ਜ਼ਿਆਦਾ ਪਰਿਵਰਤਨ ਆ ਗਿਆ। ਉਸ ਤੋਂ ਬਾਅਦ ਇਹ ਅੱਗੇ ਨੈਕਸਟ ਪੁਆਇੰਟ ਕੁਸਤੁਨਤੁਨੀਆ ਦੇ ਉੱਤੇ ਤੁਰਕਾਂ ਦਾ ਕਬਜ਼ਾ ਹੋਣਾ। ਕੁਸਤੁਨਤੁਨੀਆ ਕੀ ਆ? ਪੁਰਾਣਾ ਜਿਹੜਾ ਰੋਮਨ ਸਾਮਰਾਜ ਬਾਰੇ, ਰੋਮਨ ਸੱਭਿਅਤਾ ਬਾਰੇ ਤੁਸੀਂ ਸੁਣਿਆ ਹੋਣਾ ਵੀ ਰੋਮਨ ਸੱਭਿਅਤਾ ਹੁੰਦੀ ਸੀਗੀ ਇੱਕ। ਰੋਮਨ ਸੱਭਿਅਤਾ ਮੀਨਜ਼ ਹੁਣ ਜਿਹੜਾ ਇਟਲੀ ਦੇਸ਼ ਆ, ਇਟਲੀ ਦੀ ਰਾਜਧਾਨੀ ਦਾ ਨਾਮ ਰੋਮ ਆ। ਪੁਰਾਣੇ ਸਮਿਆਂ ਦੇ ਵਿੱਚ ਇਹਨੂੰ ਰੋਮਨ ਸਾਮਰਾਜ ਕਿਹਾ ਜਾਂਦਾ ਸੀਗਾ। ਪੁਰਾਣੇ ਰੋਮਨ ਸਾਮਰਾਜ ਦੀ ਰਾਜਧਾਨੀ ਦਾ ਨਾਮ ਕੁਸਤੁਨਤੁਨੀਆ ਸੀਗਾ। ਇਹ ਸੱਭਿਆਚਾਰ ਦਾ ਬਹੁਤ ਵੱਡਾ ਕੇਂਦਰ ਹੁੰਦਾ ਸੀ। ਇੱਥੇ ਬਹੁਤ ਵੱਡੇ ਵਿਦਵਾਨ ਜਿਹੜੇ ਹੁੰਦੇ ਸੀ, ਯੂਨਾਨ ਦੇ ਰਹਿਣ ਵਾਲੇ ਵਿਦਵਾਨ, ਰੋਮ ਦੇ ਰਹਿਣ ਵਾਲੇ ਵਿਦਵਾਨ ਜਿਹੜੇ ਸੀ ਰੋਮਨ ਸਾਮਰਾਜ ਦੀਆਂ ਯੂਨੀਵਰਸਿਟੀਆਂ ਦੇ ਵਿੱਚ, ਉਹ ਲਾਇਬ੍ਰੇਰੀਆਂ ਦੇ ਵਿੱਚ ਪੜ੍ਹਾਈ ਕਰ ਰਹੇ ਸੀਗੇ। ਬਹੁਤ ਸਾਰੇ ਪੁਰਾਣੇ ਗ੍ਰੰਥਾਂ ਦਾ ਅਧਿਐਨ ਕਰ ਰਹੇ ਸੀਗੇ ਕਿ 1453 ਦੇ ਵਿੱਚ ਤੁਰਕ ਦੇ ਰਹਿਣ ਵਾਲੇ ਮੁਸਲਮਾਨਾਂ ਨੇ ਕੁਸਤੁਨਤੁਨੀਆ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਰਕੇ ਰੋਮ ਦੇ ਅਤੇ ਯੂਨਾਨੀ ਵਿਦਵਾਨ ਜਿਹੜੇ ਸੀ ਉਹ ਇਹਨਾਂ ਗ੍ਰੰਥਾਂ ਨੂੰ ਰੋਮਨ ਸਾਮਰਾਜ ਤੋਂ ਲੈ ਕੇ ਯੂਰਪੀ ਦੇਸ਼ਾਂ ਦੇ ਵਿੱਚ ਇਹਨਾਂ ਗ੍ਰੰਥਾਂ ਨੂੰ ਲੈ ਕੇ ਦੌੜ ਗਏ ਆਪਣੀ ਜਾਨ ਬਚਾਉਣ ਲਈ। ਸਮਾਂ ਪਾ ਕੇ ਹੌਲੀ ਹੌਲੀ ਫਿਰ ਉਹਨਾਂ ਨੇ ਇਹਨਾਂ ਪੁਰਾਣੀਆਂ ਕਿਤਾਬਾਂ ਦਾ ਅਧਿਐਨ ਕੀਤਾ। ਅਧਿਐਨ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਬੁੱਧੀ ਦੇ ਮੁਤਾਬਕ ਨਵੀਆਂ ਕਿਤਾਬਾਂ ਲਿਖੀਆਂ। ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਧਾਰਮਿਕ ਲੋਕ ਆ ਉਹ ਕੀ ਕਰਦੇ ਆ ਕਿ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਈ ਜਾਂਦੇ ਆ, ਕਿ ਲੋਕਾਂ ਨੂੰ ਧਰਮ ਦੀ ਸਹੀ ਵਿਆਖਿਆ ਨਹੀਂ ਕਰਦੇ ਹੈਗੇ, ਜਿਸ ਕਰਕੇ ਤੇ ਜਿਹੜੀਆਂ ਨਵੀਆਂ ਕਿਤਾਬਾਂ ਲਿਖੀਆਂ ਇਹਨਾਂ ਦੇ ਅਕੋਰਡਿੰਗ ਲੋਕਾਂ ਵਿੱਚ ਸਹਿਣਸ਼ੀਲਤਾ, ਤਰਕਸ਼ੀਲਤਾ, ਭਾਈਚਾਰੇ ਵਰਗੇ ਵਿਚਾਰਾਂ ਦਾ ਪ੍ਰਸਾਰ ਹੋਇਆ। ਨੈਕਸਟ ਹੈ ਉਦਾਰ ਸਮਰਾਟਾਂ ਤੇ ਕੁਲੀਨਾਂ ਦਾ ਯੋਗਦਾਨ। ਵੱਖ-ਵੱਖ ਯੂਰਪੀ ਦੇਸ਼ਾਂ ਜਿਵੇਂ ਫਰਾਂਸ ਦਾ ਸ਼ਾਸਕ ਹੋ ਗਿਆ, ਇੰਗਲੈਂਡ ਦਾ ਹੈਨਰੀ 8ਵਾਂ, ਸਪੇਨ ਦਾ ਚਾਰਲਸ 5ਵਾਂ, ਡੈਨਮਾਰਕ ਦਾ ਕ੍ਰਿਸਚੀਅਨ 7ਵਾਂ, ਇਹ ਜਿਹੜੇ ਸਮਰਾਟ ਸੀ ਇਹ ਬਹੁਤ ਜ਼ਿਆਦਾ ਉਦਾਰ ਵਿਚਾਰਾਂ ਵਾਲੇ ਸੀਗੇ। ਮੀਨਜ਼ ਕਿ ਵੱਡੇ ਵੱਡੇ ਵਿਦਵਾਨਾਂ ਦੀ, ਕਲਾਕਾਰਾਂ ਦੀ ਇਹਨਾਂ ਨੇ ਬਹੁਤ ਜ਼ਿਆਦਾ ਖੁੱਲ੍ਹੇ ਦਿਲ ਦੇ ਨਾਲ ਮਦਦ ਕੀਤੀ। ਇਸੇ ਤਰ੍ਹਾਂ ਈਸਾਈ ਧਰਮ ਦੇ ਦੋ ਮੁਖੀਏ ਹੋਏ ਆ, ਪੋਪ ਨਿਕੋਲਸ 5ਵਾਂ, ਇੱਕ ਪੋਪ ਦਾ ਨਾਮ ਹੈਗਾ ਨਿਕੋਲਸ 5ਵਾਂ, ਦੂਜੇ ਦਾ ਲਿਓ 10ਵਾਂ। ਇਹਨਾਂ ਨੇ ਵੀ ਯੂਨਾਨੀ ਤੇ ਰੋਮਨ ਸਾਹਿਤ, ਸ਼ਿਲਪ ਕਲਾ ਤੇ ਸੰਗੀਤ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਇਸ ਤੋਂ ਇਲਾਵਾ ਕਈ ਮੁਲਕਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਅਮੀਰ ਪਰਿਵਾਰ ਸੀ ਉਹਨਾਂ ਨੇ ਵੀ ਸਾਹਿਤਕਾਰਾਂ, ਕਲਾਕਾਰਾਂ ਤੇ ਵਿਦਵਾਨਾਂ ਦੀ ਖੁੱਲ੍ਹੇ ਦਿਲ ਦੇ ਨਾਲ ਕਾਫੀ ਜ਼ਿਆਦਾ ਮਦਦ ਕੀਤੀ ਸੀ। ਜਿਵੇਂ ਕਿ ਇਟਲੀ ਦੇ ਵਿੱਚ ਮੇਡਸੀ ਨਾਮ ਦਾ ਇੱਕ ਪਰਿਵਾਰ ਸੀਗਾ ਜਿਨ੍ਹਾਂ ਨੇ ਇੱਕ ਫਿਲੋਸਫਰ ਪਲੈਟੋ ਦੀ ਫਿਲੋਸਫੀ ਦਾ ਅਧਿਐਨ ਕਰਨ ਵਾਸਤੇ ਅਕੈਡਮੀ ਦੀ ਸਥਾਪਨਾ ਵੀ ਕੀਤੀ ਸੀ। ਮੀਨਜ਼ ਕਿ ਉਸ ਵੇਲੇ ਦੇ ਜਿਹੜੇ ਸਮਰਾਟ ਸੀ ਜਾਂ ਜਿਹੜੇ ਦੋ ਪੋਪ ਆ ਜਾਂ ਕਈ ਜਿਹੜੇ ਅਮੀਰ ਪਰਿਵਾਰ ਹੁੰਦੇ ਸੀ ਉਹਨਾਂ ਨੇ ਵਿਦਵਾਨਾਂ, ਕਲਾਕਾਰਾਂ ਦਾ ਬਹੁਤ ਜ਼ਿਆਦਾ ਉਹਨਾਂ ਨੇ ਸਰਪ੍ਰਸਤੀ ਕੀਤੀ, ਉਹਨਾਂ ਨੂੰ ਮਦਦ ਕੀਤੀ ਤਾਂ ਕਿ ਉਹਨਾਂ ਦੇ ਵਿਚਾਰ ਜਾਂ ਵਿਦਵਾਨਾਂ ਦੇ
ਉਹ ਆਮ ਲੋਕਾਂ ਤੱਕ ਪਹੁੰਚ ਸਕਣ, ਤਾਂ ਕਿ ਆਮ ਲੋਕ ਜਿਹੜੇ ਆ ਉਹ ਧਾਰਮਿਕ ਅੰਧ ਵਿਸ਼ਵਾਸਾਂ ਦੇ ਵਿੱਚੋਂ ਬਾਹਰ ਆ ਸਕਣ। ਨੈਕਸਟ ਪੁਆਇੰਟ ਹੈ ਵਿਗਿਆਨਕ ਕਾਢਾਂ ਹੋਣੀਆਂ। ਸੋ ਯੂਰਪੀ ਦੇਸ਼ਾਂ ਦੇ ਲੋਕ ਹੌਲੀ ਹੌਲੀ ਚੀਨ ਦੇ ਸੰਪਰਕ ਵਿੱਚ ਆ ਗਏ। ਚੀਨ ਦੇ ਵਿੱਚ 3 ਚੀਜ਼ਾਂ ਦੀ ਖੋਜ ਹੋ ਚੁੱਕੀ ਸੀ, ਜਿਵੇਂ ਕਾਗਜ਼ ਅਤੇ ਛਾਪਾਖਾਨਾ, ਸਮੁੰਦਰੀ ਰਸਤੇ ਬਾਰੇ ਪਤਾ ਲਗਾਉਣ ਲਈ ਕੰਪਾਸ, ਇਸੇ ਤਰ੍ਹਾਂ ਗੋਲਾ ਬਾਰੂਦ। ਤੇ ਯੂਰਪੀ ਲੋਕਾਂ ਨੂੰ ਜਦੋਂ ਇਹਨਾਂ ਤਿੰਨਾਂ ਖੋਜਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਜੀਵਨ ਵਿੱਚ ਕਾਫੀ ਤਬਦੀਲੀ ਆ ਗਈ। ਕਾਗਜ਼ ਤੇ ਛਾਪੇਖਾਨੇ ਦੇ ਪ੍ਰਯੋਗ ਨਾਲ ਯੂਰਪੀ ਲੋਕਾਂ ਨੇ ਸਾਹਿਤ ਦਾ ਵਿਕਾਸ ਕੀਤਾ ਤੇ ਜਿਸ ਕਰਕੇ ਆਮ ਲੋਕਾਂ ਦੇ ਜੀਵਨ ਦੇ ਵਿੱਚ ਪਰਿਵਰਤਨ ਆਇਆ। ਕੰਪਾਸ ਦੀ ਵਰਤੋਂ ਨਾਲ ਯੂਰਪੀ ਲੋਕਾਂ ਨੇ ਨਵੇਂ-ਨਵੇਂ ਰਸਤਿਆਂ ਦੀ ਖੋਜ ਕੀਤੀ। ਸੋ ਗੋਲਾ ਬਾਰੂਦ ਦੀ ਵਰਤੋਂ ਨਾਲ ਵੱਖ-ਵੱਖ ਦੇਸ਼ਾਂ ਦੇ ਸਮਰਾਟਾਂ ਨੂੰ ਸਾਮੰਤਾਂ ਦੀ ਸ਼ਕਤੀ ਖਤਮ ਕਰਨ ਦੇ ਵਿੱਚ ਮਦਦ ਮਿਲ ਗਈ। ਅਗਲਾ ਪੁਆਇੰਟ ਹੈ ਨਵੇਂ ਨਗਰਾਂ ਦਾ ਉਥਾਨ ਹੋਣਾ। ਪੁਨਰ ਜਾਗਰਣ ਦੇ ਉਭਾਰ ਵਿੱਚ ਯੂਰਪ ਦੇ ਵਿੱਚ ਕਈ ਵੱਖ-ਵੱਖ ਜਿਹੜੇ ਨਵੇਂ ਸ਼ਹਿਰਾਂ ਦਾ ਉਥਾਨ ਹੋਇਆ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਕਿਹੜੇ ਸ਼ਹਿਰ ਸੀ? ਮਿਲਾਨ, ਵੇਨਿਸ, ਫਲੋਰੈਂਸ, ਰੋਮ, ਪੈਰਿਸ, ਨਾਂਤੇਜ਼, ਲੰਦਨ, ਲਿਸਬਨ, ਮੈਡਰਿਡ, ਫਰੈਂਕਫਰਟ, ਲੋਬੇਕ, ਮੇਜ਼, ਜਨੋਆ ਤੇ ਐਮਹਾਸਟ। ਇਹਨਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ ਉਹ ਅਮੀਰ ਹੁੰਦੇ ਸੀ, ਵਪਾਰੀ ਹੁੰਦੇ ਸੀ। ਉਹਨਾਂ ਦਾ ਉਹ ਪੁਰਾਣੇ ਵਿਚਾਰਾਂ ਵਿੱਚ ਯਕੀਨ ਨਹੀਂ ਸੀ ਰੱਖਦੇ, ਪੁਰਾਣੀਆਂ ਪਰੰਪਰਾਵਾਂ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ ਅਤੇ ਇਹਨਾਂ ਸ਼ਹਿਰਾਂ ਵਿੱਚ ਦੂਸਰੇ ਸ਼ਹਿਰਾਂ ਤੋਂ ਵੀ ਲੋਕ, ਦੂਸਰੀ ਜਗ੍ਹਾ ਤੋਂ ਲੋਕ, ਵਪਾਰੀ ਆਉਂਦੇ ਰਹਿੰਦੇ ਸੀਗੇ। ਕਲਾਕਾਰਾਂ ਤੇ ਵਿਦਵਾਨਾਂ ਦੇ ਨਾਲ ਇਹਨਾਂ ਲੋਕਾਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ। ਇਹਨਾਂ ਦਾ ਰਹਿਣ ਸਹਿਣ ਵੀ ਸ਼ਹਿਰਾਂ ਵਿੱਚ ਵਧੀਆ ਹੁੰਦਾ ਸੀ ਇਹਨਾਂ ਲੋਕਾਂ ਦਾ। ਇਹਨਾਂ ਲੋਕਾਂ ਕੋਲ ਕਿਤਾਬਾਂ ਖਰੀਦਣ ਵਾਸਤੇ ਪੈਸੇ ਵੀ ਹੁੰਦੇ ਸੀਗੇ। ਸੋ ਇਸ ਤਰ੍ਹਾਂ ਦੇ ਨਾਲ ਕੀ ਆ, ਇਹ ਪੜ੍ਹੇ ਲਿਖੇ ਲੋਕ ਜਿਹੜੇ ਜਦੋਂ ਦੂਸਰੇ ਸ਼ਹਿਰਾਂ ਵਿੱਚ ਜਾਂ ਦੂਸਰੇ ਜਗ੍ਹਾ ਦੇ ਰਹਿਣ ਵਾਲੇ ਲੋਕਾਂ ਦੇ ਸੰਪਰਕ ਵਿੱਚ ਆਏ ਤਾਂ ਇਹਨਾਂ ਦੇ ਵਿਚਾਰਾਂ ਵਿੱਚ ਕਾਫੀ ਜ਼ਿਆਦਾ ਪਰਿਵਰਤਨ ਆਇਆ। ਇਹਨਾਂ ਨੇ ਵੀ ਪੁਨਰ ਜਾਗਰਣ ਲਿਆਉਣ ਵਿੱਚ ਯੋਗਦਾਨ ਪਾਇਆ। ਨੈਕਸਟ ਹੈ ਲਾਸਟ ਵਾਲਾ ਪੁਆਇੰਟ ਕਰਨ ਲੱਗੇ ਆਪਾਂ, ਮੰਗੋਲ ਸਾਮਰਾਜ ਦਾ ਉਭਾਰ। 13ਵੀਂ ਸਦੀ ਦੇ ਵਿੱਚ ਮੱਧ ਏਸ਼ੀਆ ਮੀਨਸ ਆਪਾਂ ਏਸ਼ੀਆ ਮਹਾਦੀਪ ਵਿੱਚ ਰਹਿੰਦੇ। ਏਸ਼ੀਆ ਮਹਾਦੀਪ ਦਾ ਜਿਹੜੇ ਸੈਂਟਰਲ ਵਾਲਾ ਪਾਰਟ ਆ ਉਹਨੂੰ ਅਸੀਂ ਮੱਧ ਏਸ਼ੀਆ ਬੋਲਦੇ ਹਾਂ। ਮੱਧ ਏਸ਼ੀਆ ਦਾ ਇੱਕ ਬਹੁਤ ਵੱਡਾ ਜੇਤੂ ਹੋਇਆ ਚੰਗੇਜ਼ ਖਾਨ। ਚੰਗੇਜ਼ ਖਾਨ ਦੀ ਮੌਤ ਜਦੋਂ ਹੋ ਗਈ, ਮੰਗੋਲਾਂ ਦਾ ਇਹ ਰਾਜਾ ਸੀਗਾ ਤਾਂ ਉਸ ਦਾ ਉੱਤਰਾਧਿਕਾਰੀ ਸੀ ਕੁਬਲਈ ਖਾਨ। ਉਹਨੇ ਬਹੁਤ ਵੱਡੇ ਵਿਸ਼ਾਲ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ ਸੀ। ਰੂਸ, ਪੋਲੈਂਡ ਤੇ ਹੰਗਰੀ ਇਹ ਵਾਲੇ ਇਲਾਕੇ ਉਹਦੇ ਸਾਮਰਾਜ ਵਿੱਚ ਆਉਂਦੇ ਸੀਗੇ। ਸਮਾਂ ਪਾ ਕੇ ਕੁਬਲਈ ਖਾਨ ਨੇ ਬਹੁਤ ਵੱਡੇ ਦਰਬਾਰ ਦੀ ਸਥਾਪਨਾ ਕਰ ਲਈ। ਉਹਦੇ ਦਰਬਾਰ ਦੇ ਵਿੱਚ ਦੁਨੀਆ ਭਰ ਤੋਂ ਵਿਦਵਾਨ, ਧਰਮ ਪ੍ਰਚਾਰਕ, ਵਪਾਰੀ ਜਿਹੜੇ ਸੀ ਉਹ ਆ ਕੇ ਉਹਦੇ ਦਰਬਾਰ ਵਿੱਚ ਰਹਿਣ ਲੱਗ ਪਏ। ਮੰਗੋਲ ਸ਼ਾਸਕ ਦੇ ਆਪਣੇ ਦਰਬਾਰ ਵਿੱਚ ਪੋਪ ਦੇ ਦੂਤ ਵੀ ਉਹਨੂੰ ਮਿਲਣ ਆਉਂਦੇ ਸੀ। ਭਾਰਤ ਤੋਂ ਵੀ ਬੋਧੀ ਭਿਕਸ਼ੂ ਗਏ ਸੀਗੇ, ਗਣਿਤ ਤੇ ਜੋਤਿਸ਼ ਦੇ ਮਾਹਿਰ ਵੀ ਸੀਗੇ। ਫਰਾਂਸ ਤੇ ਇਟਲੀ ਦੇ ਦਸਤਕਾਰ ਜਿਹੜੇ ਸੀ ਉਹ ਵੀ ਉਹਦੇ ਦਰਬਾਰ ਦੇ ਵਿੱਚ ਬੈਠਦੇ ਸੀ ਜਾ ਕੇ। ਇਸੇ ਤਰ੍ਹਾਂ ਇਸ ਸਮੇਂ ਪੀਕਿੰਗ ਅਤੇ ਸਮਰਕੰਦ ਅਫਗਾਨਿਸਤਾਨ ਦੇ ਵਿੱਚ ਆ, ਸਮਰਕੰਦ ਹੈ ਉਜ਼ਬੇਕਿਸਤਾਨ ਦੇ ਵਿੱਚ ਤੇ ਪੀਕਿੰਗ ਹੈ ਜਿਹੜਾ ਇਹ ਚਾਈਨਾ ਦੇ ਵਿੱਚ। ਪੱਛਮੀ ਅਤੇ ਪੂਰਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਨਾਲ ਸੰਪਰਕ ਕਾਇਮ ਹੋ ਗਿਆ ਤੇ ਲੋਕਾਂ ਨੂੰ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੀ। ਤੇ ਉਸ ਵੇਲੇ ਇਟਲੀ ਦਾ ਇੱਕ ਵਿਦਵਾਨ ਪ੍ਰਸਿੱਧ ਯਾਤਰੀ ਮਾਰਕੋ ਪੋਲੋ ਜਿਹੜਾ ਸੀ ਕੁਬਲਈ ਖਾਨ ਦੇ ਦਰਬਾਰ ਵਿੱਚ ਆਇਆ ਸੀ 1272 ਦੇ ਵਿੱਚ। ਜਦੋਂ ਯੂਰਪ ਵਾਪਸ ਗਿਆ ਤਾਂ ਉਹਨੇ ਪੂਰਬ ਦੀ ਜਿਹੜੀ ਹੈ ਉਹ ਏਸ਼ੀਆ ਮਹਾਦੀਪ ਦੇ ਲੋਕਾਂ ਦੇ ਵਿਚਾਰਾਂ ਬਾਰੇ, ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਸੱਭਿਅਤਾ ਬਾਰੇ ਕਾਫੀ ਕੁਛ ਜਿਹੜਾ ਸੀ ਉਹਨੇ ਲਿਖਿਆ ਸੀਗਾ। ਸੋ ਇਹ ਟੌਪਿਕ ਸੀਗਾ ਤੁਹਾਡਾ ਪੁਨਰ ਜਾਗਰਣ ਦੀ ਪਰਿਭਾਸ਼ਾ ਤੇ ਪੁਨਰ ਜਾਗਰਣ ਦੇ ਉਭਾਰ ਦੇ ਕਾਰਨ। ਠੀਕ ਹੈ ਜੀ, ਥੈਂਕ ਯੂ।